श्री वाहिगुरु जी। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। चक्र चहन अर वर्ण जात अर पात नहन जेहे रूप रंग अर रेख पेख को कह न सकत केह अचल मूरत अनभव प्रकाश हम तोज कह जय कोट इंद्र इंद्राण साहे साहान गणजय तरे भवन महीप सुर नर असुर नेत नेत बन तृण कहत तब सर्ब नाम कथय कवन कर्म नाम वर्णत सुमत तब सर्ब नाम कथय कवन कर्म नाम वर्णत सुमत तुम दाते ठाकुर प्रतपालक नायक खसम हमारे निमख निमख तुम ही प्रतपालो हम बारिक तुमरे तारे जिहवा एक कवन गुण कहिए बेसुमार बेअंत स्वामी तेरो अंत न किन्हीं लहिए कोट पराध हमारे खंड हो अनक विधि समझाव हो हम अज्ञान अल्प मत थोरी तुम्हें अपन बिरद रखावो तुम्हारी शरण तुम्हारी आशा तुम ही सजन सुहेले राखो राखण हार दयाला नानक करके गोले राखो राखण हार दयाला नानक करके गोले राख ले हो हम ते बेगरी सील धर्म जप भगत ना कीने हो अब मान टेढ़ पगरी अमर जान संची काया एह मिथ्या काची गगरी जिन्हें निबाज साज हम किए तो सब सार अवर लगरी संदक तोहे साध नहीं कहियो शरण परे तुम्हारी पगरी कह कबीर एह बिनती सुनियो मत कालो जम की खबरी हम अवगुण परे एक गुण नाही अमृत छाड़ बिख बिख माया मोह परम पै भूले सुत दारा स्यों
ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਆਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਚਾਹੋ ਜਿਸ ਪਾਸ ਬੈਠਾ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਉ, ਨਾਰਾਇਣ ਪ੍ਰਾਨ ਆਧਾਰਾ। ਹਮ ਸੰਤ ਜਨਾਰੇ ਨਾਰਾ, ਪਤਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ। ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ। ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸ਼ਰਨੀ ਪਾਇਆ, ਜਿਸ ਦੇਵੈ ਪੁਰਖ ਵਿਧਾਤਾ। ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸ਼ਰਨੀ ਪਾਇਆ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਆਪ ਦੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਪਾਵਨ ਵਿਚਾਰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਆਪ ਜੀ ਜੁੜ ਬੈਠੇ ਹੋ। ਅੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਮਹਾਨ ਤਪਸਵੀ ਤਤਵੇਤਾ ਉਦਾਸੀਨ ਸੰਪਰਦਾ ਦੇ ਮੁਖੀ ਧੰਨ ਸ੍ਰੀ ਬਾਬਾ ਸ੍ਰੀ ਚੰਦ ਜੀ, ਤਿਨਾਂ ਦਾ ਅੱਜ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਨ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਬਾਬਾ ਸ੍ਰੀ ਚੰਦ ਜੀ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਵਿਖੇ ਜਨਮ ਹੋਇਆ। ਬੜੀ ਲੰਮੀ ਆਯੂ ਬਾਬਾ ਸ੍ਰੀ ਚੰਦ ਜੀ ਦੇ ਸਰੀਰ ਦੀ ਹੋਈ। ਸਾਰਾ ਜੀਵਨ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦਿਆਂ, ਨਿਰੰਕਾਰ ਦੀ ਇਬਾਦਤ ਕਰਦਿਆਂ ਬਤੀਤ ਕੀਤਾ ਔਰ ਉਦਾਸੀਨ ਸੰਪਰਦਾ ਨੂੰ ਅੱਗੇ ਚਲਾਇਆ, ਜਿਨ੍ਹਾਂ ਨੇ ਬਾਅਦ ਵਿੱਚ ਅਨੇਕਾਂ ਗੁਰਸਥਾਨਾਂ ਦੀ ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ। ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਭਾਰੀ ਯੋਗਦਾਨ ਪਾਇਆ। ਐਸੇ ਮਹਾਨ ਤਤਵੇਤਾ ਮਹਾਂਪੁਰਸ਼ ਬਾਬਾ ਸ੍ਰੀ ਚੰਦ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਵਧਾਈਆਂ ਹਨ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਗੁਰਦੇਵ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਗੁਰ ਪੂਰੈ ਚਰਨੀ ਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਰਾਗ ਸੋਰਠ ਵਿੱਚ ਉਚਾਰਨ ਕਰ ਰਹੇ ਨੇ। ਅਰਜਨ ਸੁਨਤ ਸ੍ਰੀ ਸਤਿਗੁਰ ਅਰਜਨ, ਅਰਜਨ ਜਸ ਵਿਸਤਾਰ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤਾ। ਅਰਜਨ ਸੁਨਤ ਸ੍ਰੀ ਸਤਿਗੁਰ ਅਰਜਨ, ਅਰਜਨ ਜਸ ਵਿਸਤਾਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਿਆਰਿਆਂ ਦੀ, ਆਪਣੇ ਸੇਵਕਾਂ ਦੀਆਂ ਅਰਜ਼ਾਂ ਸੁਣਦੇ ਨੇ, ਬੇਨਤੀਆਂ ਸੁਣਦੇ ਨੇ। ਅਰਜਨ, ਅਰਜਨ ਦਾ ਮਤਲਬ ਅਰਜ਼ ਕਰਨ ਵਾਲਾ, ਅਰਦਾਸ ਕਰਨ ਵਾਲਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪਣਿਆਂ ਸੇਵਕਾਂ ਦੀ ਅਰਜ਼ ਸੁਣਨ ਵਾਲੇ, ਅਰਦਾਸ ਸੁਣਨ ਵਾਲੇ ਨੇ। ਅਰਜਨ ਜਸ ਵਿਸਤਾਰ। ਅਰਜਨ ਨਾਮ ਉਜਵਲ ਦਾ ਵੀ ਹੁੰਦਾ ਹੈ। ਜਿਵੇਂ ਚਿੱਟੇ ਰੰਗ ਦਾ ਕੱਪੜਾ ਹੋਵੇ ਉਹਨੂੰ ਅਰਜਨ ਕਹਿ ਦਿੰਦੇ ਆ, ਸਫੈਦ ਰੰਗ ਨੂੰ ਉਜਵਲ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦਾ ਜਿਹੜਾ ਪਵਿੱਤਰ ਜਸ ਹੈ ਉਹਨੂੰ ਹੋਰ ਉਜਵਲ ਕਰਕੇ ਸਾਰੇ ਜਗਤ ਵਿੱਚ ਵਿਸਥਾਰ ਕੀਤਾ, ਉਹਨੂੰ ਪ੍ਰਗਟ ਕੀਤਾ।
ਜਿਹੜਾ ਬੂਟਾ ਗੁਰੂ ਨਾਨਕ ਸਾਹਿਬ ਨੇ ਲਾਇਆ ਸਿੱਖੀ ਦਾ, ਉਹਨੂੰ ਹੋਰ ਜ਼ਿਆਦਾ ਵਧਾਇਆ, ਫੈਲਾਇਆ। ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਕੇ, ਕੈਸੇ ਵੱਡੇ ਮਹਾਨ ਪਰਉਪਕਾਰ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਸ, ਮਹਾਰਾਜ ਜੀ ਦੀ ਸੋਭਾ, ਸਤਿਗੁਰਾਂ ਦੀ ਵਡਿਆਈ ਸਾਰੇ ਜਗਤ ਵਿੱਚ ਵਿਸਤ੍ਰਿਤ ਕੀਤੀ। ਐਸੇ ਦੀਨ ਦਿਆਲ ਭਗਤ ਵਛਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਸੋਰਠ ਵਿੱਚ ਅੱਜ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਹੁਕਮਨਾਮਾ ਬਖਸ਼ਦੇ ਨੇ। ਫਰਮਾਉਂਦੇ ਨੇ, ਗੁਰ ਪੂਰੈ ਚਰਨੀ ਲਾਇਆ। ਪੂਰੇ ਗੁਰੂ ਨੇ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ, ਸਾਨੂੰ ਆਪਣੇ ਚਰਨੀ ਲਾ ਲਿਆ, ਸਾਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ ਦਿੱਤਾ ਹੈ। ਪੂਰੇ ਸਤਿਗੁਰਾਂ ਨੇ ਆਪਣੇ ਚਰਨ ਕਮਲਾਂ ਦੀ ਟੇਕ, ਚਰਨ ਕਮਲਾਂ ਦਾ ਆਸਰਾ, ਆਧਾਰ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਹਰ ਸੰਗ ਸਹਾਈ ਪਾਇਆ। ਜਦੋਂ ਪੂਰੇ ਗੁਰੂ ਨੇ ਸਾਨੂੰ ਆਪਣੇ ਚਰਨੀ ਲਾਇਆ, ਆਪਣੇ ਚਰਨਾਂ ਨਾਲ ਜੋੜ ਲਿਆ, ਤਾਂ ਸਾਨੂੰ ਇਸ ਗੱਲ ਦਾ ਅਨੁਭਵ ਹੋਇਆ ਕਿ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਡੇ ਨਾਲ ਹੈ, ਹਰ ਜਗ੍ਹਾ ਤੇ ਉਹ ਸਾਡੇ ਅੰਗ ਸੰਗ ਹੈ। ਤਾਂ ਪਹਿਲਾਂ ਵੀ ਸੀ। ਅਕਸਰ ਇੱਕ ਉਦਾਹਰਨ ਸਾਡੇ ਧਰਮ ਗ੍ਰੰਥਾਂ ਵਿੱਚ ਮਿਲਦੀ ਹੈ ਕਿ ਤੁਹਾਡੀ ਕੋਈ ਵਸਤੂ ਨਾ ਲੱਭਦੀ ਹੋਵੇ, ਮੰਨ ਲਓ ਕਿਸੇ ਦੇ ਹੱਥ ਤੇ ਬੱਧੀ ਹੋਈ ਜਿਹੜੀ ਘੜੀ ਆ ਉਹ ਕਿਸੇ ਥਾਂ ਤੇ ਲੱਭ ਰਿਹਾ, ਕਦੇ ਸੱਜੇ ਕਦੇ ਖੱਬੇ, ਤਾਂ ਉਸ ਵਕਤ ਭਟਕਦਾ ਘੜੀ ਕਿੱਥੇ ਹੈ। ਪਰ ਕਿਸੇ ਦੂਸਰੇ ਦੀ ਨਿਗਾਹ ਦੇ ਹੱਥ ਤੇ ਪੈਂਦੀ ਆ, ਕਹਿੰਦਾ ਘੜੀ ਤਾਂ ਤੂੰ ਹੱਥ ਤੇ ਬੰਨੀ ਬੈਠਾ ਹੈ, ਕਹਿੰਦਾ ਉਹ ਭੁੱਲ ਗਿਆ ਸੀ। ਇੱਕ ਉਦਾਹਰਨ ਵੇਦਾਂਤ ਦੇ ਗ੍ਰੰਥਾਂ ਵਿੱਚ ਵੀ ਮਿਲਦੀ ਹੈ। 10 ਜਣਿਆਂ ਨੇ ਨਦੀ ਪਾਰ ਕੀਤੀ, ਥੋੜੇ ਜਿਹੇ ਸਧਾਰਨ ਸਨ, ਵਿੱਚੋਂ ਕੁਝ ਅਮਲੀ ਬਿਰਤੀ ਵੀ ਸੀ। ਦਰਿਆ ਪਾਰ ਕਰਕੇ, ਨਦੀ ਪਾਰ ਕਰਕੇ ਗਏ, ਕਹਿੰਦੇ ਵੀ ਆਪਾਂ ਬੰਦੇ ਹੀ ਗਿਣ ਲਈਏ, ਕੋਈ ਰੁੜਦਾ ਤਾਂ ਨਹੀਂ ਗਿਆ। ਗਿਣਤੀ ਸ਼ੁਰੂ ਕੀਤੀ, 1 2 3 4 5 6 9 ਤੇ ਆ ਕੇ ਗਿਣਤੀ ਖਤਮ ਹੋ ਜਾਇਆ ਕਰੇ। ਆਪਣੇ ਆਪ ਨੂੰ ਵਿੱਚ ਗਿਣੇ ਨਾ 10ਵੇਂ ਨੂੰ। ਉਹ ਕਹਿੰਦਾ ਆਏ ਦੁਆਈ, ਆਪਣਾ ਤਾਂ 10ਵਾਂ ਬੰਦਾ ਰੁੜ ਗਿਆ, ਇੱਕ ਤਾਂ ਬੰਦਾ ਹੀ ਨਹੀਂ ਹੈ ਆਪਣੇ ਵਿੱਚ, ਆਪਾਂ ਤਾਂ 10 ਜਣੇ ਸੀ। ਉਹ ਕਹਿੰਦਾ ਠਹਿਰ ਮੈਂ ਗਿਣਦਾ। ਦੂਜਾ ਉਹਦਾ ਵੀ ਉਸਤਾਦ ਸੀ ਅਮਲ ਵਿੱਚ, ਅਮਲੀ ਸੀ, ਉਹਨੇ ਵੀ ਗਿਣਤੀ ਕੀਤੀ 1 2, ਆਪਣੇ ਆਪ ਨੂੰ ਉਹਨੇ ਵੀ ਨਾ ਗਿਣਿਆ, ਗਿਣਤੀ ਉਹਦੀ ਵੀ 9 ਤੇ ਖਤਮ ਹੋ ਗਈ। ਬਹਿ ਗਏ ਸਾਰੇ, ਦੁਹੱਥੜਾ ਮਾਰ ਕੇ ਪਿੱਟਣ ਲੱਗ ਪਏ ਵੀ ਸਾਡਾ ਤਾਂ ਇੱਕ ਸਾਥੀ ਰੁੜ ਗਿਆ, ਮਰ ਗਿਆ। ਕੋਈ ਸਿਆਣਾ ਪੁਰਸ਼ ਕੋਲੋਂ ਦੀ ਜਾ ਰਿਹਾ ਸੀ, ਉਹਨੇ ਵੇਖਿਆ ਵੀ ਬੰਦੇ ਦੁਖੀ ਬੈਠੇ ਨੇ। ਉਹਨੇ ਆਣ ਕੇ ਆਖਿਆ, ਭਾਈ ਕਿਉਂ ਰੋਂਦੇ ਕੁਰਲਾਉਂਦੇ ਹੋ? ਕਹਿਣ ਲੱਗੇ ਵੀ ਸਾਡਾ ਇੱਕ ਬੰਦਾ ਰੁੜ ਗਿਆ। ਕਿੰਨੇ ਜਣੇ ਸੀ ਤੁਸੀਂ? ਕਹਿੰਦੇ 10 ਜਣੇ। ਉਹ ਕਹਿੰਦਾ ਠਹਿਰੋ, ਜਦੋਂ ਨੇ ਗਿਣਤੀ ਕੀਤੀ ਤੇ 10 ਪੂਰੇ। ਕਹਿੰਦਾ ਤੁਸੀਂ ਤਾਂ 10 ਪੂਰੇ ਹੋ। ਉਹ ਜਿਹੜਾ ਪਹਿਲਾਂ ਗਿਣਤੀ ਕਰਦਾ ਸੀ ਉਹ 9 ਤੇ ਗਿਣਤੀ ਖਤਮ ਕਰ, ਕਹਿੰਦਾ ਜੀ 9 ਗਿਣੇ ਨੇ ਮੈਂ। ਉਹ ਕਹਿੰਦੇ ਨਹੀਂ, 10ਵਾਂ ਤੂੰ ਹੈ, ਉਹ ਆਪਣੇ ਆਪ ਨੂੰ ਨਹੀਂ ਵਿੱਚ ਗਿਣੇ। ਫਿਰ ਇੱਕਦਮ ਕਹਿੰਦੇ ਹਾਂ ਉਹ ਬੰਦੇ ਆਪਣੇ ਪੂਰੇ ਨੇ 10। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਾਡੇ ਸਾਰਿਆਂ ਦੇ ਅੰਦਰ ਹੈ। ਸਭੈ ਘਟ ਰਾਮ ਬੋਲੇ, ਸਭ ਦੇ ਹਿਰਦਿਆਂ ਵਿੱਚ, ਸਭ ਦੇ ਘਟਾਂ ਵਿੱਚ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਪਰ ਸਾਨੂੰ ਉਹ ਭੁੱਲਿਆ ਹੋਇਆ।
ਕਿਉਂ? ਅਮਲ ਅਸੀਂ ਵੀ ਕੀਤਾ ਹੋਇਆ। ਅਮਲ ਸਾਨੂੰ ਕਾਹਦਾ? ਹੰਕਾਰ ਦਾ। ਹੰਕਾਰ ਦਾ ਨਸ਼ਾ, ਸਰੀਰ ਦੀ ਹੰਗਤਾ ਮਮਤਾ ਦੀ ਬਿਰਤੀ ਹੈ। ਜਦੋਂ ਪੂਰੇ ਗੁਰੂ ਨੇ ਆਪਣੇ ਚਰਨੀ ਲਾ ਲਿਆ ਤਾਂ ਫਿਰ ਪਤਾ ਲੱਗਾ ਵੀ ਦਸਵਾਂ ਤੂੰ ਹੈ, ਯਾਨੀ ਕਿ ਹਰ ਸੰਗ ਸਹਾਈ ਪਾਇਆ, ਵੀ ਉਹ ਤਾਂ ਹਰ ਵੇਲੇ ਸਾਡੇ ਨਾਲ ਹੈ। ਹਰ ਸੰਗ, ਹਰ ਜਗ੍ਹਾ ਤੇ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੈ, ਉਹ ਸਾਡੇ ਤੋਂ ਦੂਰ ਨਹੀਂ ਹੈ। ਫਿਰ ਉਹ ਨਾਲ ਹੀ ਨਹੀਂ, ਬਕਾਇਦਾ ਸਾਡੀ ਸਹਾਇਤਾ ਵੀ ਕਰਦਾ ਹਰ ਵੇਲੇ। ਸਹਾਈ, ਹਰ ਛਿਨ ਚ ਸਾਡੀ ਸਹਾਇਤਾ ਕਰਦਾ, ਪਲ ਪਲ ਕਰਕੇ ਸਾਡੀ ਸਹਾਇਤਾ ਕਰਦਾ। ਜਿੰਨੇ ਸਵਾਸ ਆ ਰਹੇ ਨੇ ਜਾ ਰਹੇ ਨੇ, ਇਹ ਉਸੇ ਦੀ ਸਹਾਇਤਾ ਕਰਕੇ ਆ ਜਾ ਰਹੇ ਨੇ। ਜੇ ਉਹ ਸਹਾਇਤਾ ਨਾ ਕਰੇ ਤੇ ਕਦੋਂ ਦੇ ਰੁਕ ਜਾਣ। ਸਵਾਸ ਆ ਰਹੇ ਨੇ ਜਾ ਰਹੇ ਨੇ, ਇਹ ਉਸੇ ਦੀ ਸਹਾਇਤਾ, ਉਸੇ ਦੀ ਮਦਦ ਹੈ। ਐਸਾ ਉਹ ਸੁਆਮੀ ਹੈ, ਉਸ ਨੂੰ ਅਸੀਂ ਪਾ ਲਿਆ। ਹਰ ਸੰਗ ਸਹਾਈ ਪਾਇਆ, ਉਹਨੂੰ ਅਸੀਂ ਪਾਇਆ, ਯਾਨੀ ਕਿ ਉਸ ਨੂੰ ਅਸੀਂ ਜਾਣਿਆ, ਉਸ ਦਾ ਅਸੀਂ ਆਪਣੇ ਹਿਰਦੇ 'ਚ ਸਾਖਸ਼ਾਤਕਾਰ ਕੀਤਾ। ਕਿਵੇਂ ਕੀਤਾ? ਜਦੋਂ ਪੂਰੇ ਗੁਰੂ ਨੇ ਚਰਨੀ ਲਾਇਆ, ਯਾਨੀ ਕਿ ਗੁਰੂ ਪੂਰੇ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ ਸੀ। ਜਿਵੇਂ ਉਹ ਸਿਆਣੇ ਨੇ ਆਖਿਆ ਨਾ ਆ ਕੇ ਕੋਲ, ਵੀ ਦਸਵਾਂ ਤੂੰ ਹੈ, ਉਹਦੇ ਤੋਂ ਬਿਨਾਂ ਇਹਨਾਂ ਦੀ ਭਟਕਣ ਨਹੀਂ ਸੀ ਮੁੱਕਣੀ। ਜਿਵੇਂ ਕਿਸੇ ਦੂਜੇ ਨੇ ਦੱਸਿਆ, ਉਹ ਘੜੀ ਤਾਂ ਤੂੰ ਹੱਥ ਤੇ ਬੰਨੀ ਬੈਠਾ। ਇਸੇ ਤਰ੍ਹਾਂ ਗੁਰੂ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਗਿਆਨ ਬਖਸ਼ਣਾ। ਗੁਰੂ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਗੁਰੂ ਤਾਂ ਧਾਰਨ ਕਰਨਾ ਪਵੇਗਾ। ਇਸ ਕਰਕੇ ਗੁਰੂ ਨੇ ਜਿਸ ਦਿਨ ਤੋਂ ਸਾਨੂੰ ਆਪਣੇ ਚਰਨੀ ਲਾਇਆ, ਅਸੀਂ ਉਸ ਹਰੀ ਨੂੰ ਆਪਣੇ ਅੰਗ ਸੰਗ ਤੇ ਸਹਾਈ ਜਾਣਿਆ ਹੈ। ਜਹ ਜਾਈਏ ਤਹਾਂ ਸੁਹੇਲੇ। ਹੁਣ ਅਸੀਂ ਜਿੱਥੇ ਵੀ ਜਾਂਦੇ ਹਾਂ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਹਰ ਜਗ੍ਹਾ ਤੇ ਆਪਣੇ ਅੰਗ ਸੰਗ ਪ੍ਰਤੀਤ ਹੁੰਦਾ ਹੈ, ਉਹ ਫਿਰ ਜਿੱਥੇ ਵੀ ਜਾਣ ਉੱਥੇ ਹੀ ਸੁਖੀ ਨੇ। ਜਹ ਜਾਈਏ ਤਹਾਂ ਸੁਹੇਲੇ। ਸੰਸਾਰ ਦੇ ਕਿਸੇ ਕੋਨੇ 'ਚ ਹੋਣ, ਕਿਤੇ ਵੀ ਹੋਣ, ਸੁਖੀ ਨੇ। ਹਰ ਥਾਂ ਤੇ, ਹਰ ਜਗ੍ਹਾ ਤੇ ਸੁਖੀ ਨੇ। ਕਿਉਂਕਿ ਸੁਖ ਦਾਤਾ ਪਰਮੇਸ਼ਰ ਉਹਨਾਂ ਅੰਦਰ ਸਾਖਸ਼ਾਤਕਾਰ ਹੋ ਗਿਆ, ਉਹਦਾ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ। ਹਰ ਜਗ੍ਹਾ ਤੇ, ਹਰ ਥਾਂ ਤੇ ਉਹ ਸੁਖੀ ਨੇ। ਜਿੱਥੇ ਵੀ ਜਾਣ, ਉਹ ਤਾਂ ਤਤੀ ਤਵੀ ਤੇ ਬੈਠੇ ਵੀ ਸੁਖ ਮਾਣਦੇ ਐ। ਉਬਲਦੀ ਹੋਈ ਦੇਗ ਵਿੱਚ ਵੀ ਪਰਮ ਆਨੰਦ ਵਿੱਚ ਨੇ। ਬੰਦ ਬੰਦ ਕੱਟੇ ਜਾਣ ਤੇ ਵੀ ਸੁਹੇਲੇ ਨੇ। ਖੋਪਰ ਉਤਰ ਜਾਣ ਤੇ ਵੀ ਸੁਖੀ ਨੇ। ਉਹ ਜਿੱਥੇ ਵੀ ਜਾਣ ਸੁਹੇਲੇ ਨੇ, ਸੁਖੀ ਨੇ। ਕਿਉਂਕਿ ਉਹਨਾਂ ਨੇ ਜਿੱਥੇ ਜਾਣਾ, ਪਰਮੇਸ਼ਰ ਨੂੰ ਆਪਣੇ ਕੋਲ ਜਾਣਨਾ, ਵੀ ਵਾਹਿਗੁਰੂ ਸਾਡੇ ਨਾਲ ਹੈ। ਉਹ ਸਾਖਸ਼ਾਤਕਾਰ ਜੋ ਹੈ ਤਿਸ ਦਾ। ਤੋ ਜਦੋਂ ਉਸ ਨੂੰ ਦੂਰ ਜਾਣਨਾ ਹੀ ਨਹੀਂ, ਤੇ ਫਿਰ ਜਿੱਥੇ ਪਹੁੰਚਣਗੇ, ਜਿੱਥੇ ਜਾਣਗੇ, ਸੁਖੀ ਨੇ। ਹਾਂਜੀ। ਕਰ ਕਿਰਪਾ ਪ੍ਰਭ ਮੇਲੇ। ਜਿਨ੍ਹਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਨੇ, ਉਹਨਾਂ ਨੂੰ ਆਪਣੇ ਨਾਲ ਮੇਲਦੇ ਨੇ। ਕਿਰਪਾ, ਨਿਰੰਕਾਰ ਦੀ ਦਇਆ, ਅਕਾਲ ਪੁਰਖ ਦਾ ਤਰਸ ਜਿਨ੍ਹਾਂ ਤੇ ਹੋਇਆ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲਿਆ ਹੈ। ਹਰ ਗੁਣ ਗਾਵੋ ਸਦਾ ਸੁਭਾਈ। ਇਹ ਭਾਈ ਪ੍ਰੇਮ ਸਹਿਤ ਹਰੀ ਦੇ ਗੁਣ ਗਾਓ, ਪਿਆਰ ਨਾਲ ਗਾਓ ਪਰਮੇਸ਼ਰ ਦੇ ਗੁਣ। ਫਾ ਨਾ ਵੱਢੋ। ਬਾਣੀ ਪੜ੍ਹਦੇ ਹੋ, ਭਜਨ ਕਰਦੇ ਹੋ, ਪ੍ਰੇਮ ਸਹਿਤ ਗਾਓ, ਪ੍ਰੇਮ ਸਹਿਤ। ਕੁਰਲੀਆਂ ਨਹੀਂ ਕਰਨੀਆਂ, ਰਸ ਲੈਣਾ ਹੈ। ਗਟਾਕ ਨੇ ਅੰਮ੍ਰਿਤ ਦੇ, ਇਹ ਅੰਮ੍ਰਿਤ ਦੀਆਂ ਬੁਰਕੀਆਂ ਨੇ, ਰਸ ਲੈਣਾ। ਇਸ ਕਰਕੇ ਭਾਈ ਪ੍ਰੇਮ ਸਹਿਤ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਮਨ ਚਿੰਦੇ ਸਗਲੇ ਫਲ ਤੁਹਾਨੂੰ ਪ੍ਰਾਪਤ ਹੋਣਗੇ।
ਔਰ ਹੇ ਭਾਈ, ਇਸ ਜੀ ਦੇ ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਸੰਗ ਰਹੇ। ਜੀ ਕਾ ਸੰਗ ਸਹਾਈ, ਜੀ ਦੇ ਨਾਲ ਵੀ ਹੈ ਔਰ ਇਹਦਾ ਸਹਾਈ ਮਦਦਗਾਰ ਵੀ ਹੈ। ਰਹਾਉ ਨਾਰਾਇਣ ਪ੍ਰਾਣ ਆਧਾਰਾ। ਵਾਹਿਗੁਰੂ ਪਰਮੇਸ਼ਰ ਜੋ ਸਾਰੇ ਜਗਤ ਦਾ ਮਾਲਕ ਹੈ, ਨਾਰਾਇਣ ਸਭ ਵਿੱਚ ਵਰਤਣੇ ਵਾਲਾ, ਉਹ ਸਾਡੇ ਪ੍ਰਾਣਾਂ ਦਾ ਆਧਾਰ ਹੈ, ਸਾਡੇ ਸਵਾਸਾਂ ਦਾ ਆਸਰਾ ਪਰਮੇਸ਼ਰ ਹੈ ਨਾ। ਪੰਜ ਪ੍ਰਕਾਰ ਦੀ ਵਾਯੂ ਦਾ ਜ਼ਿਕਰ ਸਾਡੇ ਸਰੀਰ ਵਿੱਚ ਕੀਤਾ ਜਾਂਦਾ ਹੈ। ਪੰਜ ਮੁੱਖ ਪ੍ਰਾਣ ਨੇ ਔਰ ਪੰਜ ਹੀ ਉਪ ਪ੍ਰਾਣ ਨੇ, ਯਾਨੀ ਕਿ ਟੋਟਲ 10। ਕੁਰਕੁਲ ਧਨੰਜੈ ਉਹ ਪੰਜ ਉਪ ਪ੍ਰਾਣ ਮੰਨੇ ਜਾਂਦੇ ਆ। ਪਾਨ, ਸਮਾਨ, ਵਿਆਨ, ਉਦਿਆਨ ਇਹ ਮੁੱਖ ਪ੍ਰਾਣ ਮੰਨੇ ਜਾਂਦੇ ਆ ਪੰਜ। ਇਹ ਜਿਹੜੇ ਪੰਜ ਪ੍ਰਾਣ ਸਾਡੇ ਸਰੀਰ ਵਿੱਚ ਕਰਮ ਕਰਦੇ ਨੇ ਆਪਣੀ ਆਪਣੀ ਪ੍ਰਕਿਰਿਆ ਮੁਤਾਬਕ। ਜਿਹੜੀਆਂ ਸਾਡੀਆਂ ਅੱਖਾਂ ਫਰਕਦੀਆਂ ਨੇ, ਜੰਬਾਈ ਆਉਂਦੀ ਹੈ, ਇਹਦੇ ਵਿੱਚ ਇੱਕ ਵੱਖਰਾ ਪ੍ਰਾਣ ਕੰਮ ਕਰਦਾ। ਜਿਹੜੇ ਸਵਾਸ ਚੱਲ ਰਹੇ ਨੇ ਇਹਦੇ ਵਿੱਚ ਇੱਕ ਹੋਰ ਪ੍ਰਾਣ। ਜਿਹੜੀ ਨਾਭੀ ਵਿੱਚ ਉਹ ਹੋਰ। ਗੋਦਾ ਦੇ ਵਿੱਚ ਜਿਸ ਦੁਆਰਾ ਮਲ ਦਾ ਤਿਆਗ ਹੁੰਦਾ ਉਹ ਵੀ ਇੱਕ ਪ੍ਰਾਣ ਹੈ। ਹੈਣ ਇੱਕੋ ਹੀ, ਪਰ ਅੱਗੇ ਪੰਜ ਹਿੱਸਿਆਂ ਵਿੱਚ ਇਹ ਕੰਮ ਕਰਦੇ ਨੇ ਸਰੀਰ ਵਿੱਚ। ਨਿਛ ਆਉਂਦੀ ਹੈ, ਉਸ ਵੇਲੇ ਜਿਹੜੀ ਵਾਯੂ ਕੰਮ ਕਰਦੀ ਹੈ, ਨਿਛ ਦੇ ਦੌਰਾਨ ਜਿਹੜੀ ਪ੍ਰਾਣ ਹਵਾ ਨਿਕਲਦੀ ਹੈ ਉਸ ਨੂੰ ਵੀ ਕੁਰਕੁਲ ਕਿਹਾ ਜਾਂਦਾ। ਸਰੀਰ ਵਿੱਚੋਂ ਚੇਤਨਤਾ, ਜੀਵ ਆਤਮਾ ਜਦੋਂ ਨਿਕਲ ਜਾਂਦੀ ਹੈ ਤੇ ਸਰੀਰ ਜਦੋਂ ਫੁੱਲਦਾ ਉਹਦੇ ਵਿੱਚ ਇੱਕ ਵਾਯੂ ਰਹਿ ਜਾਂਦੀ ਹੈ, ਉਹਨੂੰ ਕਹਿੰਦੇ ਆ ਧਨੰਜੈ। ਹਵਾ ਤਾਂ ਹੈ, ਪ੍ਰਾਣ ਤਾਂ ਉਹਦੇ ਸਰੀਰ ਵਿੱਚ ਹੈ। ਉਹ ਪ੍ਰਾਣ ਦਾ ਮਤਲਬ ਉਹ ਜਿਹੜੀ ਵਾਯੂ ਉਹ ਤਾਂ ਹੈ, ਪਰ ਉਹਦੇ ਵਿੱਚ ਕੋਈ ਐਸੀ ਕਲਾ ਸੀ, ਕੋਈ ਇਹੋ ਜਿਹੀ ਚੇਤਨਤਾ ਸੀ ਜੋ ਨਿਕਲ ਗਈ ਹੈ। ਹਵਾ ਤਾਂ ਭਰ ਰਹੀ ਹੈ ਸਰੀਰ ਵਿੱਚ, ਪਰ ਉਹ ਚੱਲ ਨਹੀਂ ਰਹੀ, ਉਹਦਾ ਸਰਕਲ ਨਹੀਂ ਚੱਲ ਰਿਹਾ। ਇਹਦਾ ਮਤਲਬ ਕੋਈ ਚੇਤਨਤਾ ਹੈ ਜੋ ਉਹਨਾਂ ਪ੍ਰਾਣਾਂ ਦਾ ਆਸਰਾ ਹੈ। ਉਹਨੂੰ ਮਹਾਰਾਜ ਜੀ ਇੱਥੇ ਕਹਿ ਰਹੇ ਨੇ ਨਾਰਾਇਣ ਪ੍ਰਾਣ ਆਧਾਰਾ। ਉਹ ਨਾਰਾਇਣ ਮੇਰੇ ਪ੍ਰਾਣਾਂ ਦੀ ਚੇਤਨਤਾ ਹੈ, ਮੇਰੇ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਹਮ ਸੰਤ ਜਨਾਂ ਰੇ ਨਾਰਾ। ਮੈਂ ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਰੇਣ ਹਾਂ, ਧੂੜੀ ਹਾਂ। ਜਿਹੜੇ ਨਿਰੰਕਾਰ ਦੇ ਰੱਬ ਦੇ ਪਿਆਰੇ ਨੇ, ਮਹਾਪੁਰਸ਼ ਮਹਾਤਮਾ ਸਾਧੂ ਨੇ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਹਾਂ। ਬੰਦਾ ਬੜੇ ਗਰੂਰ ਵਿੱਚ, ਹੰਕਾਰ ਵਿੱਚ ਗੁਜ਼ਰਦਾ, ਸੋਚਦਾ ਮੇਰੇ ਜਿਹਾ ਕੋਈ ਨਹੀਂ। ਹਿੰਦੁਸਤਾਨ ਦਾ ਬੜਾ ਪ੍ਰਸਿੱਧ ਬਾਦਸ਼ਾਹ ਹੋਇਆ, ਸਮਰਾਟ ਹੋਇਆ ਅਸ਼ੋਕ। ਬਾਅਦ ਵਿੱਚ ਆ ਕੇ ਕੁਝ ਮਨ ਚ ਉਪਰਾਮਤਾ ਆ ਗਈ। ਪਹਿਲਾਂ ਬੜੇ ਜੰਗ ਕੀਤੇ, ਬੜੇ ਲੋਕ ਮਾਰੇ, ਵੱਡੇ ਕੱਟੇ। ਮਨ ਚ ਉਦਾਸੀਨਤਾ ਦੀ ਬਿਰਤੀ ਬਣੀ ਹੈ। ਤੁਰਿਆ ਜਾ ਰਿਹਾ ਹੈ ਆਪਣੇ ਹੀ ਰਾਜ ਦੇ ਵਿੱਚ। ਇੱਕ ਬੜੇ ਵੱਡੇ ਬਾਜ਼ਾਰ ਅੰਦਰ ਵੇਖਦਾ ਇੱਕ ਫਕੀਰ ਬੈਠਾ ਹੋਇਆ ਹੈ। ਫਕੀਰ ਦੇ ਚਿਹਰੇ ਤੇ ਨੂਰ ਹੈ। ਪਤਾ ਲੱਗਦਾ ਹੈ ਕਿ ਹਾਂ ਵਾਕਈ ਕੋਈ ਫਕੀਰ ਹੈ। ਸਮਰਾਟ ਅਸ਼ੋਕ ਗਿਆ, ਜਾ ਕੇ ਉਸ ਫਕੀਰ ਦੇ ਪੈਰਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਅੱਗੇ ਚਲਾ ਗਿਆ। ਨਾਲ ਵਜ਼ੀਰ ਸੀ। ਵਜ਼ੀਰ ਨੇ ਆਖਿਆ, ਸਮਰਾਟ ਅਸ਼ੋਕ ਤੂੰ ਸਮਰਾਟ ਹੈ, ਰਾਹ ਬੈਠੇ ਭਿਖਾਰੀਆਂ ਨੂੰ ਮੱਥਾ ਟੇਕਦਾ ਫਿਰੇ, ਇਹ ਤੇਰੇ ਲਈ ਉਚਿਤ ਨਹੀਂ ਹੈ। ਬਾਦਸ਼ਾਹ ਹੈ, ਤੇਰਾ ਡਰ, ਤੇਰਾ ਅਦਬ ਲੋਕਾਂ ਦੇ ਦਿਲਾਂ 'ਚ ਹੋਣਾ ਚਾਹੀਦਾ। ਅਸ਼ੋਕ ਨੇ ਸੁਣਿਆ ਤੇ ਵਜ਼ੀਰ ਦੀ ਇੱਕ ਡਿਊਟੀ ਲਾਈ। ਵਜ਼ੀਰ ਸਾਹਿਬ ਏਦਾਂ ਕਰੋ, ਸ਼ਹਿਰ ਵਿੱਚ ਜਾ ਕੇ ਕਿਸੇ ਜਾਨਵਰ ਦਾ ਸਿਰ ਲੈ ਕੇ ਆਓ। ਕੋਈ ਮਰਿਆ ਹੋਇਆ ਪਸ਼ੂ ਹੋਵੇ ਉਹਦਾ ਸਿਰ ਲਿਆਓ। ਬੱਕਰਾ ਕੱਟਿਆ ਹੋਇਆ ਸੀ ਕਿਸੇ ਜਗ੍ਹਾ ਤੇ, ਉਹਦਾ ਸਿਰ ਲੈ ਆਇਆ। ਮੁੱਲ ਲਿਆਇਆ? ਕਹਿੰਦਾ ਹਾਂ।
ਏਦਾਂ ਕਰ ਇਹਨੂੰ ਹੁਣ ਵੇਚ ਆ। ਉਹ ਵਿਕ ਵੀ ਗਿਆ। ਕਹਿੰਦਾ ਹੁਣ ਏਦਾਂ ਕਰ, ਕੋਈ ਮਰਿਆ ਹੋਇਆ ਵਿਅਕਤੀ ਹੋਵੇ ਉਹਦਾ ਸਿਰ ਲੈ ਕੇ ਆ, ਕੋਈ ਇਨਸਾਨ ਮਰਿਆ ਹੋਵੇ ਉਹਦਾ ਸਿਰ ਲੈ ਆ। ਨਗਰ ਵਿੱਚ ਸੁਭਾਵਕ ਹੀ ਇੱਕ ਇਨਸਾਨ ਮਰਿਆ ਹੋਇਆ ਉਹਦਾ ਸਿਰ ਲਿਆਂਦਾ। ਕਹਿੰਦਾ ਹੁਣ ਜਾ ਕੇ ਇਹਨੂੰ ਵੇਚ ਕੇ ਆ। ਦੁਕਾਨਾਂ ਤੇ ਫਿਰਦਾ, ਕਸਾਈਆਂ ਕੋਲ ਫਿਰਦਾ ਵੀ ਇਹ ਬੰਦੇ ਦਾ ਸਿਰ ਹੈ, ਵੇਚਣਾ। ਸੁਣਨ ਵਾਲੇ ਇੱਕਦਮ ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ ਵੀ ਇਹ ਨਹੀਂ ਅਸੀਂ ਲੈ ਸਕਦੇ। ਆਖੀਰ ਕਹਿੰਦਾ ਮੁਫਤ ਦੇ ਆ। ਮੁਫਤ ਦੇਣ ਵਾਸਤੇ ਵੀ ਜਾਂਦਾ, ਪਰ ਬੰਦੇ ਦਾ ਸਿਰ ਜਿਹਨੇ ਲੈਣਾ, ਪਤਾ ਵੀ ਜਿਹਦੇ ਕੋਲ ਆ ਗਿਆ ਕਿਤੇ ਉਹਦੇ ਤੇ ਕਤਲ ਦਾ ਦੋਸ਼ ਲੱਗ ਗਿਆ, ਨਾਲੇ ਕਿਹੜੇ ਕੰਮ ਆਉਣਾ ਸਾਡੇ। ਕਹਿੰਦੇ ਅਸੀਂ ਮੁਫਤੀ ਵੀ ਨਹੀਂ ਲੈਣਾ। ਕਹਿੰਦੇ ਸਮਰਾਟ ਅਸ਼ੋਕ ਕਹਿੰਦਾ ਵਜ਼ੀਰ, ਬੰਦੇ ਦੇ ਸਿਰ ਦੀ ਇਹ ਔਕਾਤ ਹੈ, ਮੈਂ ਵੀ ਚਾਹੇ ਸਮਰਾਟ ਹਾਂ, ਬਾਦਸ਼ਾਹ, ਮੇਰੇ ਸਿਰ ਦੀ ਵੀ ਇਹੀ ਔਕਾਤ ਹੈ। ਤੇ ਜਿਸ ਸਿਰ ਨੂੰ ਕੋਈ ਫਰੀ ਵੀ ਨਹੀਂ ਖਰੀਦਦਾ, ਮੁਫਤ ਵੀ ਨਹੀਂ ਲੈਂਦਾ, ਉਹ ਸਿਰ ਜੇ ਕਿਸੇ ਫਕੀਰ ਦੇ ਚਰਨਾਂ ਤੇ ਝੁਕ ਗਿਆ ਤੇ ਇਹਦੇ ਵਿੱਚ ਆਪੱਤੀ ਕੀ ਹੈ। ਤੇ ਫਿਰ ਜਿਹੜਾ ਸਿਰ ਕਿਸੇ ਮਹਾਤਮਾ ਦੇ, ਸਾਧੂ ਦੇ ਚਰਨਾਂ ਤੇ ਝੁਕ ਜਾਂਦਾ, ਉਹ ਤਾਂ ਫਿਰ ਬੇਸ਼ਕੀਮਤੀ ਹੋ ਜਾਂਦਾ। ਉਹ ਸਿਰ ਪ੍ਰਵਾਨ ਹੋ ਜਾਂਦਾ। ਕਹਿਣ ਤੋਂ ਭਾਵ ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਰੱਬ ਦੇ ਪਿਆਰੇ ਜਗਿਆਸੂ ਮੰਗਦੇ ਆ। ਮਹਾਰਾਜ ਜੀ ਵੀ ਕਹਿ ਰਹੇ ਨੇ, ਹਮ ਸੰਤ ਜਨਾ ਰੇ ਨਾਰਾ, ਹੇ ਵਾਹਿਗੁਰੂ ਤੇਰੇ ਜਿਹੜੇ ਸੰਤ ਜਨ ਹਨ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ੋ। ਪਤਤ ਪੁਨੀਤ ਕਰ ਲੀਨੇ। ਮਹਾਰਾਜ ਜਿਹੜੇ ਪਤਤ ਨੇ, ਪਾਪੀ ਨੇ, ਉਹ ਸਾਧੂਆਂ ਦੇ ਚਰਨਾਂ ਦੀ ਖਾਕ 'ਚ ਰਹਿ ਕੇ ਪੁਨੀਤ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਉਹ ਚਰਨ ਧੂੜ ਯਾਨੀ ਕਿ ਸਾਧੂ ਦੀ ਸੰਗਤ ਵੱਡੇ ਤੋਂ ਵੱਡੇ ਪਤਤ ਨੂੰ ਪੁਨੀਤ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਕਰ ਕਿਰਪਾ ਹਰ ਜਸ ਦੀਨੇ। ਮਹਾਰਾਜ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਦੇ ਹੋ, ਉਹਨਾਂ ਨੂੰ ਹਰੀ ਜਸ ਪ੍ਰਦਾਨ ਕਰਦੇ ਹੋ, ਉਹਨਾਂ ਨੂੰ ਹਰੀ ਸੋਭਾ ਪ੍ਰਦਾਨ ਕਰਦੇ ਹੋ। ਪਾਰ ਬ੍ਰਹਮ ਕਰੇ ਪ੍ਰਤਪਾਲਾ। ਮਹਾਰਾਜ ਤੁਸੀਂ ਪਾਰ ਬ੍ਰਹਮ ਹੋ, ਸਾਰੇ ਜਗਤ ਦੇ, ਸਾਰੇ ਵਿਸ਼ਵ ਦੇ, ਸਾਰੇ ਸੰਸਾਰ ਦੇ। ਕਰੇ ਪ੍ਰਤਪਾਲਾ, ਸਾਰੇ ਜਗਤ ਦੀ ਪਾਲਣਾ ਕਰਨ ਵਾਲੇ ਪਾਲਣਹਾਰ ਸੁਆਮੀ ਜੀ ਤੁਸੀਂ। ਪ੍ਰਤਪਾਲਾ ਪ੍ਰਤੀ ਏਕ ਦੀ ਪਾਲਣਾ ਕਰਨ ਵਾਲੇ ਪਾਲਣਹਾਰ ਹੋ ਸਾਰੇ ਜਗਤ ਦੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਮਹਾਰਾਜ ਜੀ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦੇ ਹਮੇਸ਼ਾ ਹੀ ਅੰਗ ਸੰਗ ਹੋ, ਔਰ ਸਦਾ ਹੀ ਉਹਨਾਂ ਦੀ ਰਖਵਾਲੀ, ਰੱਖਿਆ ਕਰਨ ਵਾਲੇ, ਹਰ ਜੀਵ ਦੀ ਰੱਖਿਆ ਕਰਨ ਵਾਲੇ ਰਖਵਾਲੇ ਹੋ। ਹਰ ਦਿਨ ਰੈਨ ਕੀਰਤਨ ਗਾਈਐ। ਇਹ ਭਾਈ ਦਿਨ ਰਾਤ ਨਿਰੰਤਰ ਅੱਠੇ ਪਹਿਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਗਾਈਏ। ਨਿਰੰਤਰ ਅੱਠੇ ਪਹਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਵਿਧਾਤੇ ਦਾ ਕੀਰਤਨ ਗਾਇਨ ਕਰੀਏ। ਬਹੁੜ ਨਾ ਜੂਨੀ ਪਾਈਐ। ਤੇ ਜਿਹੜੇ ਨਿਰੰਤਰ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਗਾਉਂਦੇ ਨੇ, ਫਿਰ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਆਉਂਦੇ। ਉਹ ਮੁੜ ਕੇ ਕਿਸੇ ਪ੍ਰਕਾਰ ਦੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਦੇ। ਜਿਸ ਦੇਵ ਪੁਰਖ ਵਿਦਾਤਾ, ਜਿਸ ਨੂੰ ਉਹ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਵਿਧਾਤਾ ਦਾਨ ਬਖਸ਼ਦਾ ਹੈ, ਜਿਸ ਤੇ ਵੀ ਤਰਸ ਕਰਕੇ, ਜਿਸ ਨੂੰ ਵੀ ਇਹ ਦਾਨ ਵਾਹਿਗੁਰੂ ਪਰਮੇਸ਼ਰ ਵਿਧਾਤਾ ਬਖਸ਼ਦਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਜਿਸ ਗੁਨਹਗਾਰ ਨੂੰ ਆਪਣੀ ਸ਼ਰਨ ਆਏ ਨੂੰ ਬਖਸ਼ਣ ਵਾਲਾ ਪ੍ਰਮਾਤਮਾ ਬਖਸ਼ ਲੈਂਦਾ ਹੈ। ਹਰ ਰਸ ਤਿਨਹੀ ਜਾਤਾ। ਇਹ ਹਰੀ ਦੇ ਨਾਮ ਦਾ ਰਸ ਉਹਨਾਂ ਨੇ ਜਾਣਿਆ ਜਿਹਨੂੰ ਬਖਸ਼ਿਆ ਮਹਾਰਾਜ ਜੀ। ਜਿਸ ਨੂੰ ਇਹ ਦਾਤ ਮੇਰੇ ਸਾਹਿਬ ਨੇ ਇਲਾਹੀ ਦਾਤ ਦਿੱਤੀ ਆ, ਉਸੇ ਨੇ ਜਾਣੀ।
ਕੋਈ ਦੂਜਾ ਨਹੀਂ ਜਾਣ ਸਕਦਾ। ਜਿਸ ਦੇ ਹਿਰਦੇ ਵਿੱਚ ਸਾਹਿਬ ਨੇ ਇਹ ਰਸ ਬਖਸ਼ ਦਿੱਤਾ, ਉਹਨਾਂ ਨੇ ਜਾਣ ਲਿਆ। ਹਾਂਜੀ, ਜਮ ਕੰਕਰ ਨੇੜ ਨ ਆਇਆ। ਫਿਰ ਜਿਹੜੇ ਜਮ ਕੰਕਰ ਨੇ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਮ ਕੰਕਰ, ਕੰਕਰ ਨਾਮ ਹੁੰਦਾ ਸੇਵਕ ਦਾ, ਜਮ ਨਾਮ ਹੈ ਧਰਮ ਰਾਜੇ ਦਾ। ਧਰਮ ਰਾਜੇ ਦੇ ਜਿਹੜੇ ਕੰਕਰ ਨੌਕਰ ਨੇ, ਯਾਨੀ ਕਿ ਜਮਦੂਤ, ਉਹ ਨਾਮ ਜਪਣ ਵਾਲੇ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਉਹਨਾਂ ਦੇ ਨੇੜੇ ਨਹੀਂ ਆਉਂਦੇ। ਹਾਂਜੀ, ਸੁਖ ਨਾਨਕ ਸ਼ਰਣੀ ਪਾਇਆ। ਸਤਿਗੁਰਾਂ ਦੀ ਸ਼ਰਨ ਚ ਪੈ ਕੇ ਮਹਾਰਾਜ ਜੀ ਕਹਿੰਦੇ ਸੁਖ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਸ਼ਰਨ ਚ ਪਨਾਹ ਵਿੱਚ ਪੈ ਕੇ ਸੁਖ ਹਾਸਲ ਹੁੰਦਾ, ਸੁਖ ਪ੍ਰਾਪਤ ਹੁੰਦਾ। ਬਿਨਾਂ ਸਤਿਗੁਰਾਂ ਦੀ ਸ਼ਰਨ ਤੋਂ ਸੁਖ ਪ੍ਰਾਪਤ ਨਹੀਂ ਹੋ ਸਕਦਾ। ਤੋ ਸਤਿਗੁਰਾਂ ਦੀ ਸ਼ਰਨ ਪਿਆ ਸੁਖ ਪ੍ਰਾਪਤ ਹੁੰਦਾ ਹੈ।